ਸ੍ਰੀ ਵਾਹਿਗੁਰੂ ਸਾਹਿਬ ਜੀ। ਅਮੇ ਦ੍ਰਿਸ਼ਟ ਸੁਭ ਕਰੇ ਹਰੇ ਅਗ ਪਾਪ ਸਕਲ ਮਲ। ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ। ਸਦਾ ਸੁਖ ਮਨ ਵਸੈ ਦੁਖ ਸੰਸਾਰੇ ਖੋਵੈ। ਗੁਰ ਨਾਮ ਨਿਤ ਦਰਿਆਉ ਜਨਮ ਹਮ ਕਾਲਕ ਧੋਵੈ। ਸੋ ਕਹੁ ਟਲ ਗੁਰ ਸੇਵੀਐ ਐਨਸ ਸਹਿਜ ਸੁਭਾਅ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ। ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਪੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਦੀ ਕਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਦੀ ਕਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪੰਜਵਾ। ਘਰ ਛੇਵਾਂ ਅਸ਼ਟਪਦੀ। ਇਕ ਓੰਕਾਰ ਸਤਿ ਗੁਰ ਪ੍ਰਸਾਦ। ਜੋ ਜੋ ਜੁਨੀ ਆਇਓ ਤਿਹ ਤਿਹ ਉਰਧਾਇਓ। ਮਾਨਸ ਜਨਮ ਸੰਜੋਗ ਪਾਇਆ। ਜੋ ਜੋ ਜੁਨੀ ਆਇਓ ਤਿਹ ਤਿਹ ਉਰਧਾਇਓ। ਮਾਨਸ ਜਨਮ ਸੰਜੋਗ ਪਾਇਆ। ਤਾਂ ਕੀ ਹੈ ਓਟ ਸਾਧ ਰਾਖੋ ਦੀ ਕਰ ਹਾਥ। ਕਰ ਕਿਰਪਾ ਮੇਲੋ ਹਰ ਰਾਇ। ਅਨਕ ਜਨਮ ਭ੍ਰਮ ਥਿਤ ਨਹੀਂ ਪਾਈ। ਕਰੂੰ ਸੇਵਾ ਗੁਰ ਲਾਗੂੰ ਚਰਨ। ਗੋਬਿੰਦ ਜੀ ਕਾ ਮਾਰਗ ਦੇਹੋ ਜੀ ਬਤਾਈ ਰਹਾਉ। ਅਨਕੂ ਪਾਵ ਕਰੋ ਮਾਇਆ ਕੋ ਬਚਿਤ ਤਰੋ। ਮੇਰੀ ਮੇਰੀ ਕਰਤ ਸਦ ਹੀ ਵਿਹਾਵੈ। ਕੋਈ ਐਸੁਰ ਭੀਟੈ ਸੰਤੋ ਮੇਰੀ ਲਾਹੈ ਸਗਲ ਚਿੰਤ। ਠਾਕੁਰ ਸੋ ਮੇਰਾ ਰੰਗ ਲਾਵੈ। ਪੜ੍ਹੀ ਰੀ ਸਗਲ ਵੇਦ ਨਹਿ ਚੁਕੇ ਮਨ ਭੇਦ। ਇਕ ਕਿਨ ਨਹੀਂ ਧੀਰੇ ਮੇਰੇ ਘਰ ਕੇ ਪੰਚਾ। ਕੋਈ ਐਸੋ ਰੇ ਭਗਤ ਜੋ ਮਾਇਆ ਤੇ ਰਹਿਤ। ਇਕ ਅੰਮ੍ਰਿਤ ਨਾਮ ਮੇਰੇ ਹਿਰਦੈ ਸਿੰਚਾ। ਜੇਤੇ ਤੇ ਤੀਰਥ ਨਾਏ ਅਹੰ ਬੁੱਧ ਮੈਲ ਲਾਏ। ਘਰ ਕੋ ਠਾਕੁਰ ਇਕ ਤਿਲ ਨਾ ਮਾਨੈ। ਕਦ ਪਾਉ ਸਾਧ ਸੰਗ ਹਰਿ ਹਰਿ ਸਦਾ ਆਨੰਦ। ਗਿਆਨ ਅੰਜਨ ਮੇਰਾ ਮਨ ਇਸ਼ਨਾਨੈ। ਸਗਲ ਆਸਰਮ ਕੀਨੇ ਮਨੁਆ। ਨਹਿ ਪਤੀ ਨੇ ਬਵੇਕ ਹੀਨ ਦੇਹੀ ਧੋਏ। ਕੋਈ ਪਾਈਐ ਰੇ ਪੁਰਖ ਵਿਧਾਤਾ। ਪਾਰ ਬ੍ਰਹਮ ਕੈ ਰੰਗ ਰਤਾ। ਮੇਰੇ ਮਨ ਕੀ ਦੁਰਮਤ ਮਲ ਖੋਏ। ਕਰਮ ਧਰਮ ਜੁਗਤਾ ਨਿਮਖ ਨਾ ਹੇਤ ਕਰਤਾ। ਗਰਭ ਗਰਭ ਪੜੈ ਕਹੀ ਨਾ ਲਿਖੈ। ਜਿਸ ਭੇਟੀਐ ਸਫਲ ਮੂਰਤ
ਕਰੈ ਸਦਾ ਕੀਰਤ। ਗੁਰ ਪ੍ਰਸਾਦ ਕੋ ਨੇਤਰੋ ਵੇਖੈ। ਮਨ ਹਠ ਜੋ ਕਮਾਵੈ ਤਿਲ ਨਾ ਲੇਖੇ ਪਾਵੈ। ਬਗਰ ਜੋ ਧਿਆਨ ਲਾਵੈ ਮਾਇਆ ਰੇ ਧਾਰੀ। ਕੋਈ ਐਸੋ ਰੇ ਸੁਖ ਹੈ ਦਾਈ। ਪ੍ਰਭ ਕੀ ਕਥਾ ਸੁਨਾਈ ਤਿਸ ਭੇਟੀ ਗਤ ਹੋਈ ਹਮਾਰੀ। ਸੋ ਪ੍ਰਸੰਨ ਗੋਪਾਲ ਰਾਈ ਕਾਟੈ ਰੇ ਬੰਧਨ ਮਾਏ। ਗੁਰ ਕੈ ਸ਼ਬਦ ਮੇਰਾ ਮਨ ਰਾਤਾ। ਸਦਾ ਸਦਾ ਆਨੰਦ ਭੇਟਿਓ ਨਿਰਭੈ ਗੋਬਿੰਦ। ਸੁਖ ਨਾਨਕ ਲਾਦੇ ਹਰਿ ਚਰਨ ਬਰਾਤਾ। ਸਫਲ ਸਫਲ ਭਈ ਸਫਲ ਜਾਤਰਾ। ਆਵਣ ਜਾਣ ਰਹੇ ਮਿਲੇ ਸਦਾ। ਰਹਾਉ ਦੂਜਾ ਸਫਲ ਸਫਲ ਭਈ ਸਫਲ ਜਾਤਰਾ। ਆਉਣ ਜਾਣ ਰਹੇ ਮਿਲੇ ਸਦਾ। ਰਹਾਉ ਦੂਜਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰਿਓ, ਇਹ ਜੋ ਮੁਬਾਰਕ ਬਚਨ ਪਾਵਨ ਪਵਿੱਤਰ ਹੁਕਮਨਾਮਾ ਆਪ ਜੀਆਂ ਨੇ ਸਰਵਣ ਕੀਤਾ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਦਰਬਾਰ ਤੋਂ, ਸੱਚਖੰਡ ਤੋਂ, ਜਿਸ ਦਰਬਾਰ ਦੇ ਨਾਲ ਨਿਤਾ ਪ੍ਰਤੀ ਜੁੜ ਕਰਕੇ ਅਸੀਂ ਮਨ ਦੀਆਂ ਮੁਰਾਦਾਂ ਆਪਣੀਆਂ ਪੂਰੀਆਂ ਕਰਦੇ ਹਾਂ। ਪਿਆਰਿਓ, ਜਿਹੜਾ ਵੀ ਸੱਚਖੰਡ ਦੇ ਨਾਲ ਜੁੜ ਜਾਂਦਾ ਹੈ ਉਸੇ ਦੀਆਂ ਹੀ ਮਨ ਦੀਆਂ ਮੁਰਾਦਾਂ ਸਾਰੀਆਂ ਮੇਰਾ ਸਤਿਗੁਰੂ ਪੂਰਾ ਕਰ ਦਿੰਦਾ ਹੈ। ਕੋਈ ਐਸੀ ਮੰਗ ਨਹੀਂ ਜਿਹੜੀ ਸਾਡੀ ਰਹਿ ਜਾਵੇ। ਜਿਤੜੀ ਫਲ ਮਨ ਵੰਸ਼ੀਐ ਤਿਤੜੀ ਸਤਿਗੁਰ ਪਾਸ। ਪੂਰਬ ਲਿਖੇ ਪਾਵਣੇ ਸਚ ਨਾਮ ਦੇ ਰਾਸ। ਜੋ ਮੰਗੈ ਸੋ ਦੇਵੈ। ਰੱਬ ਆਪਣਿਆਂ ਸੰਤਾਂ ਦੇਵੈ। ਪ੍ਰਭੂ ਆਪਣੇ ਪਿਆਰਿਆਂ ਨੂੰ ਪਿਆਰੇ ਕੋਈ ਬਖਸ਼ਿਸ਼ ਕਰ ਦਿੰਦਾ ਜੋ ਅਸੀਂ ਉਸ ਵਾਹਿਗੁਰੂ ਦੇ ਕੋਲ ਮੰਗਦੇ ਹਾਂ। ਇਹ ਧੰਨ ਗੁਰੂ ਰਾਮਦਾਸ ਪਾਤਸ਼ਾਹ ਦਾ ਐਸਾ ਦਰਬਾਰ ਹੈ ਪਿਆਰਿਓ, ਜੋ ਵੀ ਉਸ ਦਰ ਦੇ ਉੱਤੇ ਆਉਂਦਾ ਹੈ ਦੁਨੀਆ ਭਰ ਦੇ ਵਿੱਚੋਂ ਪਿਆਰਿਓ ਸਾਰਿਆਂ ਦੇ ਮਨ ਦੀਆਂ ਮੁਰਾਦਾਂ ਪੂਰੀਆਂ ਕਰਦਾ। ਕੋਈ ਖੱਤਰੀ ਆਵੇ, ਕੋਈ ਬ੍ਰਾਹਮਣ ਆਵੇ, ਕੋਈ ਸ਼ੂਦਰ ਆਵੇ, ਕੋਈ ਵੈਸ਼ ਆਵੇ, ਕਿਸੇ ਦੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ। ਪਿਆਰਿਓ, ਇਹ ਦਰਬਾਰ ਐਸਾ ਹੈ। ਉਸ ਦਰਬਾਰ ਦੇ ਨਾਲ ਰੋਜ਼ਾਨਾ ਆਪ ਜੁੜਦੇ ਹੋ ਕਿ ਆਪ ਸਾਰਿਆਂ ਨੂੰ ਇਹ ਮਾਣ ਵੀ ਪ੍ਰਾਪਤ ਹੈ। ਇਹ ਸਾਡੇ ਸਿੱਖ ਗੁਰੂ ਸਾਹਿਬਾਨ ਪਿਆਰਿਓ, ਜਿਨ੍ਹਾਂ ਨੇ ਇਹ ਸਾਡੇ ਤੇ ਬਖਸ਼ਿਸ਼ ਕੀਤੀ, ਇਹ ਰਹਿਮਤ ਕੀਤੀ, ਇਸ ਬੂਟੇ ਨੂੰ ਆਪਣੇ ਖੂਨ ਦੇ ਨਾਲ ਸਿੰਜਿਆ ਹੋਇਆ। ਪਿਆਰਿਓ, ਸਿੱਖੀ ਦਾ ਬੂਟਾ ਬੜਾ ਹੀ ਅਮੋਲਕ ਹੈ। ਤੇ ਫਿਰ ਖਜ਼ਾਨਾ ਵੀ ਜਿਹੜਾ ਬਖਸ਼ਿਸ਼ ਕੀਤਾ ਇਤਨਾ ਅਮੋਲਕ। ਪਿਆਰਿਓ, ਰਸਤੇ ਦੀਆਂ ਸਾਰੀਆਂ ਹੀ ਰੁਕਾਵਟਾਂ ਖਤਮ ਕਰਕੇ ਸਿੱਧਾ ਹੀ ਸੱਚਖੰਡ ਦੇ ਨਾਲ ਜੋੜ ਦਿੱਤਾ। ਸਿੱਧਾ ਸੱਚਖੰਡ ਦੇ ਨਾਲ ਜੋੜ ਕੇ, ਕਿਉਂ ਸਿੱਖ ਦੇ ਵਾਸਤੇ ਰੁਕਾਵਟਾਂ ਕੋਈ ਰਹਿਣ ਨਹੀਂ ਦਿੱਤੀਆਂ। ਰੁਕਾਵਟਾਂ ਆਈ ਆਪ ਭਾਵੇਂ ਪਾਈ ਫਿਰੇ ਵਿੱਚ, ਆਪ ਭਾਵੇਂ ਕਿਧਰੇ ਭਟਕਦਾ ਰਹੇ, ਗੱਲ ਵੱਖਰੀ ਹੈ। ਪਰ ਮੇਰੇ ਸਤਿਗੁਰਾਂ ਨੇ ਸਾਨੂੰ ਜੋ ਬਖਸ਼ਿਸ਼ ਕੀਤੀ, ਜਿਹੜਾ ਅਸਥਾਨ ਬਖਸ਼ਿਸ਼ ਕੀਤਾ ਪਿਆਰਿਓ, ਜਿਹੜਾ ਵੀ ਉਸ ਦੇ ਨਾਲ ਜੁੜ ਜਾਵੇਗਾ ਉਹ ਪਿਆਰਿਓ ਮੁਕਤ ਹੋ ਜਾਵੇਗਾ। ਸੱਚਖੰਡ ਦੇ ਨਾਲ ਜਿਹੜਾ ਵੀ ਜੁੜ ਜਾਵੇਗਾ। ਆਓ ਸੱਚਖੰਡ ਦੇ ਨਾਲ ਜੁੜ ਬੈਠੇ ਹਾਂ, ਮਨੋਬਿਰਤੀਆਂ ਨੂੰ ਇਕਾਗਰ ਕਰੀਏ, ਲੈ ਜਾਈਏ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀਆਂ ਦੇ ਚਰਨਾਂ ਦੇ ਵਿੱਚ। ਤੇ ਪਿਆਰੇ, ਜੁੜ ਕਰਕੇ ਇਹ ਮੁਬਾਰਕ ਬਚਨ ਹਨ ਜੋ 686 ਅਤੇ 687 ਅੰਗ ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਅੰਦਰ ਸੁਭਾਏਮਾਨ ਹਨ। ਪਿਆਰ ਨਾਲ, ਸ਼ਰਧਾ ਦੇ ਨਾਲ, ਭਾਵਨਾ ਦੇ ਨਾਲ ਬਚਨਾਂ ਨੂੰ ਸਰਵਣ ਕਰੀਏ ਜੀ। ਧਨਾਸਰੀ ਮਹੱਲਾ ਪੰਜਵਾ। ਘਰ ਸੇਵਾ ਅਸ਼ਟਪਦੀ। ਧਨਾਸਰੀ ਰਾਗ ਦੇ ਵਿੱਚ ਪੰਚਮ ਗੁਰਦੇਵ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਦੇ ਇਹ ਬਚਨ ਉਚਾਰਨ ਕੀਤੇ ਹੋਏ ਨੇ। ਇਸ ਸਤਿਗੁਰਾਂ ਨੇ ਤਾਕੀਦ ਕੀਤੀ, ਇਹ ਸ਼ਬਦ ਨੂੰ ਧਨਾਸਰੀ ਰਾਗ ਦੇ ਵਿੱਚ ਗਾਇਨ ਕੀਤਾ ਜਾਵੇ। ਰਾਗ ਤਾਲ ਅਨੁਸਾਰ ਘਰ ਛੇਵੇਂ ਦੇ ਵਿੱਚ ਇਸ ਨੂੰ ਗਾਇਨ ਕੀਤਾ ਜਾਵੇ। ਅਸ਼ਟਪਦੀ ਤੋਂ ਭਾਵ ਹੈ 8 ਬੰਦਾਂ ਵਾਲੀ ਇਹ ਬਾਣੀ ਹੈ।
ਇਹ ਜੋ ਪਾਵਨ ਪਵਿੱਤਰ ਹੁਕਮਨਾਮਾ ਆਪ ਜੀਆਂ ਨੇ ਸਰਵਣ ਕੀਤਾ ਹੈ। ਇੱਕ ਓੰਕਾਰ ਸਤਿ ਗੁਰ ਪ੍ਰਸਾਦ। ਉਹ ਅਕਾਲ ਪੁਰਖ ਇੱਕ ਹੈ ਪਿਆਰਿਓ, ਦੂਸਰਾ ਉਹਦਾ ਸ਼ਰੀਕ ਕੋਈ ਨਹੀਂ। ਤੇ ਬਖਸ਼ਿਸ਼ ਉਸਦੀ ਹੁੰਦੀ ਹੈ ਗੁਰੂ ਦੀ ਬਖਸ਼ਿਸ਼ ਦੇ ਨਾਲ, ਉਹਦੀ ਪ੍ਰਾਪਤੀ ਹੁੰਦੀ ਹੈ ਗੁਰੂ ਦੀ ਬਖਸ਼ਿਸ਼ ਨਾਲ। ਜਦੋਂ ਗੁਰੂ ਕਿਰਪਾ ਕਰਦਾ ਤੇ ਪਿਆਰਿਓ ਫੇਰ ਹੀ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਜੋ ਜੋ ਜੁਨੇ ਆਇਓ ਤੇ ਤੇ ਮੁਰਦਾਇਓ, ਮਾਨਸ ਜਨਮ ਸੰਜੋਗ ਪਾਇਆ। ਪਿਆਰਿਓ ਜੀ ਇਹ ਅਸ਼ਟਪਦੀ ਹੈ ਜਿਹੜੀ, ਇਹਦੇ ਵਿੱਚ ਵਿਸ਼ਰਾਮ ਕਿੰਨੇ ਲੱਗਦੇ ਨੇ ਇੱਕ ਪੰਕਤੀ ਦੇ ਵਿੱਚ। ਜਦੋਂ ਅਸੀਂ ਵਿਸ਼ਰਾਮ ਇਹਦੀ ਸਹੀ ਲਗਾਵਾਂਗੇ ਤੇ ਗੁਰਬਾਣੀ ਦੇ ਅਰਥ ਫੇਰ ਹੀ ਸਹੀ ਹੋਣਗੇ ਪਿਆਰਿਓ। ਇਹਦੇ ਵਾਸਤੇ ਸਾਨੂੰ ਸੰਥਿਆ ਕਰਨੀ ਪੈਂਦੀ ਹੈ ਗੁਰਬਾਣੀ ਦੀ, ਨਹੀਂ ਤੇ ਪਿਆਰਿਓ ਵਿਸ਼ਰਾਮਾਂ ਦਾ ਪਤਾ ਨਹੀਂ ਲੱਗਦਾ ਕਿ ਕਿੱਥੇ ਕਿੱਥੇ ਸਤਿਗੁਰੂ ਵਿਸ਼ਰਾਮ ਦੇ ਨੇ। ਤੇ ਜਦੋਂ ਵਿਸ਼ਰਾਮਾਂ ਦੇ ਨਾਲ ਬਾਣੀ ਨੂੰ ਪੜ੍ਹਾਂਗੇ ਇਹਦੇ ਵਿੱਚ ਕਾਫੀ ਵਿਸ਼ਰਾਮ ਲੱਗਦੇ ਨੇ। ਜੋ ਜੋ ਜੋਲੇ ਆਇਓ ਤੇ ਉਰਧਾਇਓ, ਮਾਨਸ ਜਨਮ ਸੰਜੋਗ ਪਾਇਆ। ਕਹਿੰਦੇ ਜਿਹੜਾ ਵੀ ਕਿਸੇ ਜੋਨ ਦੇ ਵਿੱਚ ਆਇਆ ਪਿਆਰਿਓ, 84 ਲੱਖ ਜੋਨ ਹੈ। 84 ਲੱਖ ਜੂਨਾਂ ਦੇ ਵਿੱਚ ਕਿਸੇ ਵੀ ਜੋਨ ਦੇ ਵਿੱਚ ਜਿਹੜਾ ਕੋਈ ਆਇਆ, ਭਾਵੇਂ ਕੋਈ ਸੱਪ ਹੈ, ਭਾਵੇਂ ਕੋਈ ਪਸ਼ੂ ਹੈ, ਭਾਵੇਂ ਕੋਈ ਪੰਛੀ ਹੈ, ਉਸ ਨੂੰ ਉਸੇ ਦੇ ਨਾਲ ਹੀ ਮੋਹ ਹੈ, ਉਸੇ ਜੋਨ ਦੇ ਨਾਲ ਉਸ ਨੂੰ ਮੋਹ ਹੈ। ਕਿਤਨਾ ਆਪਣਾ ਉਹ ਬਚਾਓ ਕਰਦਾ ਹੈ। ਜਦੋਂ ਉਸ ਨੂੰ ਕੋਈ ਮਾਰਨ ਲੱਗਦਾ ਹੈ ਕਿਤਨਾ ਬਚਾਓ, ਕਿਉਂਕਿ ਉਸ ਨੂੰ ਮੋਹ ਹੈ, ਉਹਦੇ ਨਾਲ ਮੋਹ ਪਿਆਰ ਹੈ। ਤੇ ਆਮ ਕਹਿੰਦੇ ਨੇ ਜਿਹੜੀ ਬਾਂਦਰੀ ਹੈ ਆਪਣੇ ਬੱਚੇ ਨੂੰ ਕਹਿੰਦੇ ਗਲ ਨਾਲ ਉਦੋਂ ਤੱਕ ਲਾਈ ਰੱਖਦੀ ਹੈ ਮਰੇ ਹੋਏ ਨੂੰ ਵੀ, ਜਿਤਨੀ ਦੇਰ ਤੱਕ ਸੁੱਕ ਕੇ ਕਰੰਗ ਡਿੱਗ ਨਹੀਂ ਪੈਂਦਾ। ਇਤਨਾ ਮਾਇਆ ਦਾ ਪ੍ਰਭਾਵ ਹੈ ਪਿਆਰਿਓ ਸਾਰੀਆਂ ਜ਼ੋਨਾਂ ਦੇ ਵਿੱਚ। ਉਸ ਵਾਹਿਗੁਰੂ ਨੇ ਮਾਇਆ ਦਾ ਇਹ ਪ੍ਰਭਾਵ ਪਾਇਆ। ਮਾਨਸ ਜਨਮ ਸੰਜੋਗ ਪਾਇਆ। ਕਹਿੰਦੇ ਜਿਹੜਾ ਮਨੁੱਖਾ ਜਨਮ ਹੈ ਇਹ ਤੇ ਸੰਜੋਗਾਂ ਦੇ ਨਾਲ ਪ੍ਰਾਪਤ ਹੁੰਦਾ, ਚੰਗੀ ਕਿਸਮਤ ਦੇ ਨਾਲ ਪ੍ਰਾਪਤ ਹੁੰਦਾ ਪਿਆਰਿਓ। ਭਈ ਪ੍ਰਾਪਤ ਮਾਨਕ ਤੇ ਹੋਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰੀ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਸ ਧਰਤੀ ਮੈਂ ਤੇਰੀ ਸਿਕਦਾਰੀ। ਇਹ ਧਰਤੀ ਦੇ ਉੱਤੇ ਪਿਆਰਿਓ ਸਰਦਾਰੀ ਬਖਸ਼ਿਸ਼ ਕੀਤੀ ਮਨੁੱਖਾ ਜੋਨੀ ਨੂੰ। ਮਨੁੱਖਾ ਜੋਨੀ ਨੂੰ ਸਾਰਿਆਂ ਦਾ ਸਰਦਾਰ ਮੰਨਿਆ, ਸਰਗੋਰ ਮੰਨਿਆ ਹੈ। ਇਹ ਕਹਿੰਦੀ ਭਾਗਾਂ ਦੇ ਨਾਲ ਮਨੁੱਖਾ ਜਨਮ ਚੰਗੀ ਕਿਸਮਤ ਦੇ ਨਾਲ ਪ੍ਰਾਪਤ ਹੁੰਦਾ ਹੈ। ਤਾਂ ਕੀ ਹੈ ਓਟ ਸਾਧ ਰੱਖੋ ਦੇ ਕਰ ਹਾਥ, ਕਰ ਕਿਰਪਾ ਮਿਲਹੁ ਹਰਿ ਰਾਇਆ। ਤਾਂ ਕੀ ਹੈ ਓਟ ਸਾਧ, ਸਾਧ ਤੋਂ ਭਾਵ ਹੈ ਗੁਰੂ। ਐ ਵਾਹਿਗੁਰੂ ਜੀ ਤੁਹਾਡੀ ਮੈਨੂੰ ਓਟ ਹੈ, ਰਾਖੋ ਦੀ ਕਰ ਹਾਥ, ਆਪਣਾ ਹੱਥ ਦੀ ਕਰਕੇ ਆਪ ਰੱਖੋ। ਕਰ ਕਿਰਪਾ ਮਿਲੋ ਹਰਿ ਰਾਇਆ, ਮੇਰੇ ਤੇ ਕੀ ਕਿਰਪਾ ਦ੍ਰਿਸ਼ਟੀ ਕਰੋ ਕਿ ਮੇਰਾ ਵਾਹਿਗੁਰੂ ਦੇ ਨਾਲ ਮਿਲਾਪ ਕਰਾ ਦੇ। ਕਰ ਕਿਰਪਾ, ਕਰ ਕਿਰਪਾ ਵਸੋ ਮੇਰੇ ਹਿਰਦੇ, ਹੋ ਸਹਾਈ ਆਪ ਮਨ ਵਿੱਚ ਰਾਮ ਨਾਮਾ ਜਾਪ। ਵਾਹਿਗੁਰੂ ਜੀ ਮੇਰੇ ਹਿਰਦੇ ਕੱਟਣੇ ਵਿੱਚ ਵਸ ਜਾ, ਮੈਨੂੰ ਉਸ ਦੇ ਨਾਲ ਮੇਰਾ ਮਿਲਾਪ ਕਰਾ ਦੇ। ਕਿ ਗੁਰੂ ਦੇ ਚਰਨਾਂ ਦੇ ਵਿੱਚ ਆਪਾਂ ਅਰਦਾਸ ਬੇਨਤੀ ਕਰਨੀ ਹੈ, ਸਤਿਗੁਰੂ ਜੀ ਇਹ ਕਿਰਪਾ ਕਰੋ, ਇਹ ਤੁਸੀਂ ਕਿਰਪਾ ਕਰ ਸਕਦੇ ਹੋ। ਕਰ ਕਿਰਪਾ ਮੇਲੋ ਹਰਿ ਰਾਇਆ, ਵਾਹਿਗੁਰੂ ਦੇ ਨਾਲ ਸਾਡਾ ਮਿਲਾਪ ਕਰਾ ਦੇ। ਅਨੇਕ ਜਨਮ ਭ੍ਰਮ ਚਿਤ ਨਹੀਂ ਪਾਏ। ਕਹਿੰਦੇ ਅਨੇਕਾਂ ਜਨਮਾਂ ਦੇ ਵਿੱਚ ਕਹਿੰਦੇ ਹਾਲੇ ਤੱਕ ਕਹਿੰਦੇ ਪਤਾ ਹੀ ਨਹੀਂ ਲੱਗਾ ਮੁਕਤ ਹੋਣ ਵਾਸਤੇ ਕਿ ਮੁਕਤ ਕਿੱਦਾਂ ਹੋਣਾ ਹੈ। ਕਈਆਂ ਜਨਮਾਂ ਦੇ ਵਿੱਚੋਂ ਭਟਕਦਿਆਂ ਪਿਆਰਿਓ ਅਸੀਂ ਆਇਆ, ਪਰ ਹਾਲੇ ਤੱਕ ਸਥਿਰ ਵਤ ਨਹੀਂ ਪ੍ਰਾਪਤ ਹੋਈ ਕਿ ਕਿਵੇਂ ਵਾਹਿਗੁਰੂ ਦੇ ਨਾਲ ਅਭੇਦ ਹੋਣਾ ਹੈ, ਕਿਵੇਂ ਵਾਹਿਗੁਰੂ ਦੇ ਨਾਲ ਮਿਲਣਾ ਹੈ। ਕਰੋ ਸੇਵਾ ਗੁਰ ਲਾਗੋ ਚਰਨ, ਗੋਬਿੰਦ ਜੀ ਕਾ ਮਾਰਗ ਤਿਹੋ ਜੀ ਬਤਾਏ। ਪਿਆਰਿਓ ਇੱਕ ਅਰਦਾਸ ਹੈ, ਬੇਨਤੀ ਹੈ, ਕਰੋ ਸੇਵਾ। ਮੈਂ ਤੇਰੀ ਦਰ ਤੇ ਵਾਹਿਗੁਰੂ ਜੀ ਸੇਵਾ ਕਰਾਂਗਾ। ਕਰੋ ਸੇਵਾ ਗੁਰ ਲਾਗੋ ਚਰਨ, ਐ ਸਤਿਗੁਰੂ ਤੁਹਾਡੇ ਚਰਨਾਂ ਦੇ ਨਾਲ ਮੈਂ ਲੱਗ ਕੇ ਰਹਾਂਗਾ। ਗੋਬਿੰਦ ਜੀ ਕਾ ਮਾਰਗ ਦੇਹੋ ਜੀ ਬਤਾਈ, ਮੇਰੇ ਤੇ ਇਹ ਕਿਰਪਾ ਕਰ ਦੇਵੋ ਕਿ ਮੈਨੂੰ ਰਸਤਾ ਬਤਾ ਦੇਵੋ। ਵਾਹਿਗੁਰੂ ਦੇ ਨਾਲ ਕਿਵੇਂ ਮਿਲਾਪ ਹੋਵੇਗਾ, ਉਸ ਅਕਾਲ ਪੁਰਖ ਦੇ ਨਾਲ ਕਿਵੇਂ ਮਿਲਾਪ ਹੋਵੇਗਾ, ਮੈਨੂੰ
ਰਸਤਾ ਦੱਸ ਦਿਓ। ਮੈਂ ਦਸਹੁ ਮਾਰਗ ਸੰਤਹੁ, ਕਿਉ ਪ੍ਰਭੂ ਮਿਲਾਈਆਂ। ਵਾਹਿਗੁਰੂ ਜੀ ਕਿਵੇਂ ਮੈਂ ਨਾ ਭੁੱਲ ਸਕਦਾ, ਮੈਨੂੰ ਮਾਰਗ ਦਰਸ਼ਨ ਕਰੂ। ਤੁਹਾਡੇ ਤੋਂ ਬਿਨਾ ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨ ਆਵੈ। ਗੁਰ ਬਿਨ ਸੁਰਤ ਨ ਸੁਧ, ਗੁਰੂ ਬਿਨ ਮੁਕਤ ਨ ਪਾਵੈ। ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ। ਗੁਰ ਕਰ ਸ਼ਬਦ ਸਪਨ, ਅਗਨ ਕਟਹਿ ਤੇਰੇ ਸਭ ਤੇਰੇ। ਤੇਰੀ ਸਾਰੀਆਂ ਆਦੀਆਂ ਵਿਆਦੀਆਂ ਉਪਾਦੀਆਂ ਖਤਮ ਕਰ ਦੇਵੇਗਾ ਗੁਰੂ, ਜਦੋਂ ਤੋਂ ਗੁਰੂ ਦੇ ਨਾਲ ਜੁੜ ਜਾਵੇਗਾ। ਤੇ ਗੁਰੂ ਤੋਂ ਬਿਨਾਂ ਘੋਰ ਅੰਧਾਰ ਹੈ, ਗੁਰੂ ਤੋਂ ਬਿਨਾਂ ਸਮਝ ਨਹੀਂ ਆ ਸਕਦੀ। ਬਲਹਾਰੀ ਗੁਰ ਆਪਣੀ ਦਿਵਹਾੜੀ, ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ। ਕਰਤ ਨ ਲਾਗੀ ਵਾਰ, ਕੋਈ ਸਮਾਂ ਨਹੀਂ ਲਾਇਆ, ਕਰਤ ਨ ਲਾਗੀ ਵਾਰ। ਜੇ ਸੋ ਚੰਦਾ ਉਗਵੇ, ਸੂਰਜ ਚੜੇ ਹਜ਼ਾਰ। ਇਤੇ ਚਾਨਣ ਹੁੰਦਿਆ, ਗੁਰ ਬਿਨ ਘੋਰ ਅੰਧਾਰ। ਪਿਆਰੂ ਇੰਨਾ ਕਹਿੰਦੀ ਚਾਨਣ ਹੁੰਦਿਆ, ਗੁਰੂ ਤੋਂ ਬਿਨਾਂ ਘੋਰ ਅੰਧਾਰ ਹੀ ਹੈ। ਗੁਰੂ ਗੁਰੂ ਕਰ ਰੇ ਮਨ ਮੇਰੇ, ਗੁਰੂ ਦਾ ਨਾਮ ਜਪ। ਗੁਰੂ ਤੋਂ ਬਿਨਾਂ ਘੋਰ ਅੰਧਾਰ ਹੈ। ਗੁਰੂ ਤੋਂ ਬਿਨਾਂ ਤੈਨੂੰ ਸਮਝ ਨਹੀਂ ਆ ਸਕਦੀ। ਗੁਰੂ ਤੋਂ ਬਗੈਰ ਤੈਨੂੰ ਕਿਸੇ ਨੇ ਮਾਰਗ ਦਰਸ਼ਨ ਨਹੀਂ ਕਰਨਾ। ਪਿਆਰੂ ਇੱਕ ਮਲੂਕ ਦਾਸ ਜੀ ਹੋਏ ਨੇ। ਮਲੂਕ ਦਾਸ ਠਾਕਰਾਂ ਦੀ ਪੂਜਾ ਕਰਨ ਵਾਲੇ, ਠਾਕਰਾਂ ਦੀ ਪੂਜਾ ਕਰਨ ਵਾਲੇ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੌਵੇਂ ਨਾਲ ਜਿਸ ਵੇਲੇ ਪਿਆਰੇ ਯਾਤਰਾ ਕਰਨ ਵਾਸਤੇ ਨਿਕਲੇ ਤੇ ਉਸ ਵੇਲੇ ਗੁਰਸਿੱਖ ਵੀ ਨਾਲ ਸਨ, ਸੰਗਤਾਂ ਨਾਲ ਸਨ। ਤੇ ਗੰਗਾ ਤੇ ਵੀ ਇਸ਼ਨਾਨ ਕੀਤਾ। ਪਿਆਰੂ ਗੰਗਾ ਤੇ ਇਸ਼ਨਾਨ ਕਰਨ ਤੋਂ ਇਹ ਭਾਵ ਨਹੀਂ ਲੈ ਲੈਣਾ ਕਿ ਅਸੀਂ ਵੀ ਗੰਗਾ ਤੇ ਜਾ ਕੇ ਇਸ਼ਨਾਨ ਕਰਨਾ, ਨਹੀਂ। ਮੇਰੇ ਸਤਿਗੁਰੂ ਇਸ ਕਰਕੇ ਜਾਂਦੇ ਸਨ, ਗੰਗਾ ਵੀ ਆਵਾਜ਼ਾਂ ਮਾਰਦੀ ਹੈ ਪਿਆਰੀ, ਉਹ ਵੀ ਲੋਚੈ ਧੂਰ ਸਾਧੂ ਕੀ ਤਾਈ। ਕਿਉਂਕਿ ਗੰਗਾ ਜਮਨਾ ਸਰਸਵਤੀ ਉਹ ਚਾਹੁੰਦੀਆਂ ਨੇ ਕਿ ਸਾਡੇ ਵਿੱਚ ਕੋਈ ਸਾਧੂ ਚਰਨ ਪਾਵੇ ਤੇ ਜਿਹੜੇ ਸਾਡੇ ਪਾਪ ਨੇ ਉਹ ਖਹਿ ਹੋ ਜਾਣ, ਸਾਡੇ ਪਾਪ ਖਤਮ ਹੋ ਜਾਵਣ। ਤੇ ਬਾਕੀ ਸਤਿਗੁਰੂ ਜੋ ਤੀਰਥ ਯਾਤਰਾ ਕਰਦੇ ਸਨ, ਸਤਿਗੁਰਾਂ ਦੇ ਮੁਬਾਰਕ ਬਚਨ ਹਨ, ਸਭ ਲੋਕ ਉਦਰਨ ਅਰਥਾ। ਲੋਕਾਈ ਦਾ ਉਧਾਰ ਕਰਨ ਵਾਸਤੇ ਮੇਰੇ ਸਤਿਗੁਰੂ ਜਾਂਦੇ ਸਨ। ਪਿਆਰੇ ਜਿਸ ਵੇਲੇ ਮਲੂਕ ਦਾਸ ਦੇ ਪਿੰਡ ਦੇ ਵਿੱਚ ਇੱਥੋਂ ਗਏ ਨੇ, ਮਲੂਕ ਦਾਸ ਦੇ ਪਿੰਡ ਦੇ ਵਿੱਚ ਗਏ ਨੇ ਤੇ ਸਤਿਗੁਰਾਂ ਦਾ ਆਉਣਾ ਸੁਣਿਆ ਮਲੂਕ ਦਾਸ ਨੇ। ਪਿਆਰੇ ਖੁਸ਼ੀ ਉਸ ਨੂੰ ਬੜੀ ਹੋਈ ਹੈ। ਮਨ ਅੰਦਰ ਇਤਨੀ ਉਮਾਹ, ਇਤਨੀ ਖੁਸ਼ੀ, ਮਨ ਖਿੜ ਗਿਆ। ਜਿਵੇਂ ਤੁਸੀਂ ਗੁਰੂ ਦੇ ਆ ਕੇ ਦਰਸ਼ਨ ਕਰਦੇ ਹੋ ਪਿਆਰੂ, ਕਿਵੇਂ ਮਨ ਖਿੜ ਜਾਂਦਾ, ਕਿਤਨੀ ਮਨ ਨੂੰ ਖੁਸ਼ੀ ਹੁੰਦੀ ਹੈ। ਅੱਜ ਮਲੂਕ ਦਾਸ ਨੇ ਜਦੋਂ ਸੁਣਿਆ ਇਹ ਦੀਨ ਦੁਨੀ ਦੇ ਮਾਲਕ ਨੌਵੇਂ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸਾਡੇ ਪਿੰਡ ਦੇ ਵਿੱਚ ਆਏ ਨੇ ਤੇ ਬੜੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਪਿਆਰੂ ਇਹ ਖੁਸ਼ੀ ਥੋੜੇ ਸਮੇਂ ਦੀ ਸੀ, ਥੋੜੇ ਸਮੇਂ ਦੀ ਸੀ। ਤਿਆਰੀ ਕਰ ਰਿਹਾ ਸੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੂੰ ਮਿਲਣ ਵਾਸਤੇ ਜਾਣ ਦੀ। ਤੇ ਇਤਨੀ ਦੇਰ ਨੂੰ ਇੱਕ ਆ ਗਿਆ ਪਿਆਰੇ, ਉਹਨੂੰ ਮਿਲਣ ਵਾਸਤੇ, ਕੋਈ ਮਿਲਣ ਵਾਸਤੇ ਆਇਆ। ਤੇ ਮਲੂਕ ਦਾਸ ਕਹਿੰਦਾ ਇਹ ਸਾਡੇ ਭਾਗ ਚੰਗੇ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸਾਡੀ ਨਗਰੀ ਦੇ ਵਿੱਚ ਆਏ ਨੇ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸਾਡੀ ਨਗਰੀ, ਸਾਡੇ ਪਿੰਡ ਦੇ ਵਿੱਚ ਤਰਸ ਕਰਕੇ ਆਏ ਨੇ। ਉਹ ਆਦਮੀ ਪਤਾ ਕੀ ਕਹਿੰਦਾ, ਕਹਿੰਦੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਤਾਂ ਆਏ ਨਹੀਂ, ਪਰ ਉਹ ਸ਼ਿਕਾਰ ਖੇਡ ਰਹੇ ਸਨ। ਉਹਨਾਂ ਨੇ ਤੇ ਪੰਛੀ ਵੀ ਮਾਰੇ ਹੋਏ ਸਨ, ਉਹਨਾਂ ਨੇ ਮ੍ਰਿਗ ਮਾਰੇ ਹੋਏ ਸਨ, ਤੇ ਆਏ ਤਾਂ ਹੈ। ਪਰ ਮਲੂਕ ਦਾਸ ਦੇ ਮਨ ਦੇ ਵਿੱਚ ਪਿਆਰੇ ਸੰਸਾ ਪੈ ਗਿਆ। ਮਲੂਕ ਦਾਸ ਇੱਕ ਵੈਸ਼ਨੋ ਮਤ ਨੂੰ ਮੰਨਣ ਵਾਲਾ, ਠਾਕਰਾਂ ਨੂੰ ਮੰਨਣ ਵਾਲਾ, ਹੁਣ ਮਨ ਦੇ ਵਿੱਚ ਸੰਸਾ ਪੈ ਗਿਆ। ਮਨ ਦੇ ਵਿੱਚ ਸੰਸਾ ਪੈ ਗਿਆ। ਕਹਿੰਦੇ ਤੁਸੀਂ ਵੇਖਿਆ? ਕਹਿੰਦੇ ਹਾਂ। ਕਹਿੰਦੇ ਉਹਨਾਂ ਦੇ ਕੋਲ ਸ਼ਿਕਾਰ ਖੇਡਦੀਆਂ ਪੰਛੀ ਵੀ ਸਨ ਤੇ ਚਾਰ ਪਾਏ ਹੋਰ ਵੀ ਸ਼ਿਕਾਰ ਉਹਨਾਂ ਕੀਤੇ ਹੋਏ ਸਨ, ਮ੍ਰਿਗ ਵੀ ਸਨ, ਇਹ ਮੈਂ ਵੇਖਿਆ। ਹੁਣ ਮਨ ਦੇ ਵਿੱਚ ਸੰਸਾ ਇਹ ਹੋ ਗਿਆ ਮਲੂਕ ਦਾਸ ਦੇ ਕਿ ਸਤਿਗੁਰੂ ਤੇ ਬੜੇ ਕਰਨ ਕਾਰਨ ਸਮਰੱਥ ਨੇ। ਨੌਵੇਂ ਨਾਨਕ ਜਾਣਾ ਤੇ ਸੀ ਮਿਲਣ ਵਾਸਤੇ, ਪਰ ਹੁਣ ਮਨ ਦੇ ਵਿੱਚ ਸੰਸਾ ਹੋ ਗਿਆ। ਕਹਿੰਦੇ ਚਲੋ ਅੱਜ ਪ੍ਰਸ਼ਾਦਾ ਤਿਆਰ ਕਰਦੇ ਠਾਕੁਰਾਂ ਵਾਸਤੇ। ਪ੍ਰਸ਼ਾਦਾ ਤਿਆਰ ਕੀਤਾ। ਵਿਆਰੂ ਕਹਿੰਦੀ ਮਸਰਾਂ ਦੀ ਦਾਲ ਬਣਾਈ, ਬੜੀ ਰੂਹ ਦੇ ਨਾਲ
ਬਾਸਮਤੀ ਦੇ ਚਾਵਲ ਬਣਾਏ, ਬੜੇ ਪਿਆਰ ਦੇ ਨਾਲ ਫੁਲਕਾ ਤਿਆਰ ਕੀਤਾ, ਬੜੀ ਰੀਝ ਦੇ ਨਾਲ। ਜਿਸ ਵੇਲੇ ਪ੍ਰਸ਼ਾਦ ਤਿਆਰ ਹੋ ਗਿਆ ਪਿਆਰਿਓ, ਹੁਣ ਭੋਗ ਲਵਾਉਣਾ ਸੀ। ਭੋਗ ਲਵਾਉਣ ਵਾਸਤੇ ਮਲੂਕ ਦਾਸ ਆਪਣੀ ਠਾਕਰਾਂ ਦੇ ਅੱਗੇ ਆਰਤੀਆਂ ਕਰ ਰਿਹਾ, ਟੱਲੀਆਂ ਖੜਕਾ ਰਿਹਾ ਤੇ ਜ਼ਾਦ ਕਰ ਰਿਹਾ ਕਿ ਠਾਕੁਰ ਜੀ ਭੋਗ ਲਗਾਓ। ਜਿਸ ਵੇਲੇ ਪਿਆਰੀ ਭੋਗ ਲਵਾਉਣ ਵਾਸਤੇ ਅਰਦਾਸ ਬੇਨਤੀ ਕਰਕੇ ਆਪਣੇ ਮਤ ਅਨੁਸਾਰ ਉਸ ਨੇ ਕਹਿੰਦੇ ਕੱਪੜਾ ਚੁੱਕਿਆ, ਜਿਹੜਾ ਪ੍ਰਸ਼ਾਦਾ ਤਿਆਰ ਕੀਤਾ ਸੀ। ਜਿਸ ਵੇਲੇ ਕੱਪੜਾ ਚੁੱਕਿਆ, ਸਤਿਗੁਰ ਦੀ ਮਹਿਮਾ ਸਤਿਗੁਰੂ ਹੀ ਜਾਣਦਾ ਪਿਆਰੀ, ਦੂਸਰਾ ਕੋਈ ਨਹੀਂ ਜਾਣਦਾ। ਕਰਤੇ ਕੀ ਬਿਤ ਕਰਤਾ ਜਾਣੇ, ਕਹਿ ਜਾਣੇ ਗੁਰ ਸੂਰਾ। ਜਾਂ ਗੁਰੂ ਸੂਰਮਾ ਜਾਣਦਾ, ਜਾਂ ਅਕਾਲ ਪੁਰਖ ਆਪ ਜਾਣਦਾ ਹੈ। ਜਿਸ ਵੇਲੇ ਕੱਪੜਾ ਚੁੱਕਿਆ ਤੇ ਪਿਆਰੀ ਉਸ ਥਾਲ ਦੇ ਵਿੱਚ ਮਾਸ ਪਰੋਸਿਆ ਹੋਇਆ ਸੀ। ਕਹਿੰਦਾ ਮਨ ਦੇ ਵਿੱਚ ਸੋਚਦਾ, ਮੈਂ ਤੇ ਮਸਰਾਂ ਦੀ ਦਾਲ ਬਣਾਈ, ਬੜੇ ਪਿਆਰ ਦੇ ਨਾਲ ਚਾਵਲ ਬਣਾਏ, ਫੁਲਕਾ ਤਿਆਰ ਕੀਤਾ, ਇਹ ਕਿਵੇਂ ਹੋਇਆ? ਕਹਿੰਦੀ ਇਹ ਤੇ ਹੋ ਨਹੀਂ ਸਕਦਾ। ਠੀਕ ਹੈ, ਮੈਂ ਅੱਖਾਂ ਮੀਟੀਆਂ ਹੋਈਆਂ ਸਨ, ਅਰਦਾਸ ਦੇ ਵਿੱਚ ਜੁੜਿਆ ਹੋਇਆ ਸੀ, ਪਰ ਇਤਨੇ ਸਮੇਂ ਦੇ ਵਿੱਚ ਕੌਣ ਇੱਦਾਂ ਕਰ ਸਕਦਾ? ਕੋਈ ਨਹੀਂ ਕਰ ਸਕਦਾ। ਹਾਂ, ਯਾਦ ਆ ਗਿਆ, ਮੈਨੂੰ ਸ਼ੰਕਾ ਹੋਈ ਸੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਤੇ, ਉਹ ਸਤਿਗੁਰੂ ਮੇਰਾ ਸਰਬ ਪ੍ਰਿਤ ਪਾਲੇ, ਸਤਿਗੁਰ ਮੇਰਾ ਮਾਰ ਜਿਵਾਲੇ, ਸਤਿਗੁਰ ਮੇਰੇ ਕੀ ਵਡਿਆਈ ਪ੍ਰਗਟ ਪਈ ਹੈ ਸਭਨੀ ਥਾਈ, ਮੈਂ ਤੇ ਭੁੱਲ ਗਿਆ। ਸਤਿਗੁਰ ਮੇਰਾ ਬੇਮੁਹਤਾਜ, ਸਤਿਗੁਰ ਮੇਰੇ ਸੱਚਾ ਸਾਜ, ਸਤਿਗੁਰ ਮੇਰਾ ਸਬਸ ਕਾ ਦਾਤਾ, ਸਤਿਗੁਰ ਮੇਰਾ ਪੁਰਖ ਵਿਧਾਤਾ। ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਸਤਿਗੁਰ ਮੇਰਾ ਸਰਬ ਪ੍ਰਤਪਾਲੈ, ਸਤਿਗੁਰ ਮੇਰਾ ਮਾਰ ਜਿਵਾਲੇ, ਸਤਿਗੁਰ ਮੇਰੇ ਕੀ ਵਡਿਆਈ ਪ੍ਰਗਟ ਪਈ ਹੈ ਸਭਨੀ ਥਾਈ। ਸਤਿਗੁਰ ਮੇਰਾ ਤਾਣ ਨਿਤਾਣ, ਸਤਿਗੁਰ ਮੇਰਾ ਘਰ ਦੀ ਬਾਣ, ਸਤਿਗੁਰ ਕੇਹੋਂ ਸਦ ਬਲ ਜਾਇਆ, ਪ੍ਰਗਟ ਮਾਰਗ ਜਿਨ ਕਰ ਦਿਖਲਾਇਆ। ਜਿਨ ਗੁਰ ਸੇਵਿਆ ਤਿਸ ਭਉ ਨਾ ਵਿਆਪੈ, ਜਿਨ ਗੁਰ ਸੇਵਿਆ ਤਿਸ ਦੁਖ ਨਾ ਸੰਤਾਪੈ। ਨਾਨਕ ਸੋਧੇ ਸਿਮਰਤ ਵੇਦ, ਪਾਰ ਬ੍ਰਹਮ ਗੁਰ ਨਾਹੀ ਭੇਦ। ਕਹਿੰਦੀ ਪ੍ਰਭੂ ਦੇ ਵਿੱਚ ਤੇ ਗੁਰੂ ਦੇ ਵਿੱਚ ਕੋਈ ਭੇਦ ਨਹੀਂ ਮਲੂਕਿਆ, ਤੂੰ ਸ਼ੰਕਾ ਕਿਉਂ ਕੀਤਾ? ਤੇਰੇ ਮਨ ਦੇ ਵਿੱਚ ਸ਼ੰਕਾ ਆਉਣ ਕਰਕੇ ਇਹ ਭੋਜਨ ਕਹਿੰਦੇ ਤਬਦੀਲ ਹੋ ਗਿਆ, ਤਬਦੀਲ ਹੋ ਗਿਆ। ਕਹਿੰਦੇ ਹੁਣ ਮੈਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਆਰਾਧਨਾ ਕਰਾਂਗਾ, ਮੈਨੂੰ ਉਹ ਬੁਲਾਉਣਗੇ, ਮੈਨੂੰ ਉਹ ਬੁਲਾਉਣਗੇ ਤੇ ਫਿਰ ਮੈਂ ਕਹਿੰਦੇ ਜਾਵਾਂਗਾ ਗੁਰੂ ਦੇ ਦਰਸ਼ਨ ਕਰਨ ਵਾਸਤੇ। ਪਿਆਰਿਓ, ਇਸ ਤਰ੍ਹਾਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਵੇਲੇ ਵੀ ਹੋਇਆ ਸੀ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਜਿਸ ਵੇਲੇ ਕੁਰਸ਼ੇਤਰ ਦੀ ਧਰਤੀ ਤੇ ਗਏ ਨੇ ਤੇ ਉਸ ਵੇਲੇ ਪਿਆਰਿਓ ਪੰਡਤ ਮੌਲਾਣੀ ਬਹੁਤ ਸਨ, ਉੱਥੇ ਬਹੁਤ ਜ਼ਿਆਦਾ ਸਨ। ਪਰ ਉੱਥੇ ਇੱਕ ਸਿੱਖ ਆਇਆ ਜਿਹੜਾ ਕਿ ਰਾਜਾ ਸੀ ਤੇ ਉਹਦੀ ਘਰਵਾਲੀ, ਉਹਨਾਂ ਦਾ ਰਾਜ ਭਾਗ ਖੋ ਰਿਹਾ ਸੀ ਕਿ ਸਤਿਗੁਰਾਂ ਦੀ ਚਰਨ ਸ਼ਰਨ ਵਿੱਚ ਦਰਸ਼ਨ ਕਰਨ ਵਾਸਤੇ ਆਏ। ਉਹਨਾਂ ਦੇ ਕੋਲ ਭੇਟਾ ਕੋਈ ਨਹੀਂ ਸੀ, ਕਿਉਂਕਿ ਸਾਰਾ ਕੁਝ ਹੀ ਉਹਨਾਂ ਦੇ ਕੋਲ ਹੋ ਰਿਹਾ ਸੀ। ਤੇ ਰਸਤੇ ਦੇ ਵਿੱਚ ਉਹਨਾਂ ਨੇ ਇੱਕ ਹਰਨ ਮਾਰਿਆ, ਉਹ ਮਾਰ ਕੇ ਤੇ ਚੱਕੀਆ ਦੇ ਸਤਿਗੁਰਾਂ ਦੇ ਅੱਗੇ ਉਹੀ ਭੇਟਾ ਰੱਖ ਦਿੱਤਾ। ਸਤਿਗੁਰਾਂ ਦੇ ਅੱਗੇ ਉਹੀ ਭੇਟਾ ਰੱਖ ਦਿੱਤਾ। ਮੇਰੇ ਸਤਿਗੁਰਾਂ ਨੇ ਆਖਿਆ ਇਸ ਨੂੰ ਸਵਾਰ ਕੇ ਤੇ ਪਤੀਲੇ ਦੇ ਵਿੱਚ ਰੱਖ ਦਿਓ। ਉਹਨਾਂ ਨੇ ਸਵਾਰ ਕੇ ਪਤੀਲੇ ਦੇ ਵਿੱਚ ਰੱਖਿਆ। ਪੰਡਤਾਂ ਨੇ ਬੜਾ ਵਹਿਮ ਕੀਤਾ। ਪੰਡਤ ਸੋਚ ਰਹੇ ਨੇ ਧੰਨ ਗੁਰੂ ਨਾਨਕ ਪਾਤਸ਼ਾਹ ਵੇਖੋ ਇਹਨਾਂ ਦੀ ਕਿਤਨੀ ਪ੍ਰਸਿੱਧੀ ਹੈ, ਕਿਤਨੇ ਲੋਕ ਇਹਨਾਂ ਦੇ ਮਗਰ ਲੱਗੇ ਹੋਏ ਨੇ ਤੇ ਕਰ ਕੀ ਰਹੇ ਨੇ? ਪਤੀਲੇ ਦੇ ਵਿੱਚ ਤੇ ਮਾਸ ਲੈ ਰਹੇ ਨੇ, ਕਹਿੰਦੇ ਆਹ ਕੀ ਕਰ ਰਹੇ ਨੇ? ਪੰਡਤ ਨੇ ਇੱਕ ਨੇ ਵੇਖਿਆ, ਉਹਨੇ ਸਾਰਿਆਂ ਪੰਡਤਾਂ ਨੂੰ ਦੱਸ ਦਿੱਤਾ ਇਹ ਮਹਾਰਾਜ ਕੀ ਕਰ ਰਹੇ ਨੇ। ਅਸੀਂ ਸਾਰੇ ਵੈਸ਼ਨਵ ਮਤ ਨੂੰ ਮੰਨਣ ਵਾਲੇ, ਕੁਰਸ਼ੇਤਰ ਦਾ ਮੇਲਾ ਲੱਗਿਆ ਹੋਇਆ ਜਿਸ ਨੂੰ ਸਾਰੀ ਦੁਨੀਆ ਵੇਖਣ ਵਾਸਤੇ ਪਰ ਸਤਿਗੁਰੂ ਦੀ ਉਧਾਰ ਕਰਨ ਵਾਸਤੇ ਆਏ ਹਨ। ਸਤਿਗੁਰੂ ਇੱਥੇ ਵੀ ਉਧਾਰਨ ਕਰਨ ਵਾਸਤੇ ਆਏ ਨੇ। ਜਦੋਂ ਪੰਡਤ ਇਕੱਠੇ ਹੋ ਕੇ ਆਏ ਸਾਰੇ ਆਖਣ ਲੱਗੇ ਮਹਾਰਾਜ ਤੁਸੀਂ ਇਹ ਕੀ ਕਰ ਰਹੇ ਹੋ? ਇਹ ਉਲਟੀ ਰੀਤ ਕਿਹੜੀ ਤੁਸੀਂ ਚਲਾਈ ਹੋਈ ਹੈ? ਦੁਨੀਆ ਤੇ ਤੁਹਾਡੇ ਮਗਰ ਬਹੁਤ ਹੈ, ਸੰਗਤ ਤੇ ਤੁਹਾਡੇ ਮਗਰ ਬਹੁਤ ਹੈ, ਪਰ ਇਹ ਕੀ ਕਰਦੇ ਹੋ? ਕਹਿੰਦੇ ਕੀ ਅਸੀਂ ਕਰ ਰਹੇ ਹਾਂ? ਕਹਿੰਦੇ ਤੁਸੀਂ ਮਾਸ ਰਿੱਝ ਰਹੇ ਹੋ ਪਤੀਲੇ ਦੇ ਵਿੱਚ। ਕਹਿੰਦੇ ਚੁੱਕ ਕੇ ਤਾਂ ਵੇਖੋ, ਢੱਕਣ ਇਸ ਦਾ ਚੁੱਕ ਕੇ ਵੇਖੋ। ਜਦੋਂ ਢੱਕਣ ਚੁੱਕ ਕੇ ਵੇਖਿਆ ਪਿਆਰੇ ਉੱਥੇ ਖੀਰ ਸੀ ਤੇ ਖੀਰ ਸਾਰੇ ਪੰਡਤਾਂ ਨੂੰ ਛਕਾਈ। ਕਹਿੰਦੀ ਤੁਹਾਡੇ ਮਨ ਦਾ ਵਹਿਮ ਸੀ,
ਇਹ ਤੁਹਾਨੂੰ ਭੁਲੇਖਾ ਪਾ ਗਿਆ। ਸਤਿਗੁਰ ਦੀ ਨਿਗਾਹ ਦੇ ਵਿੱਚ ਹੀ ਪਿਆਰਿਓ ਜੋ ਵੀ ਹੈ ਉਹ ਅੰਮ੍ਰਿਤ ਬਣ ਜਾਂਦਾ। ਹੁਣ ਜਦੋਂ ਮਲੂਕ ਦਾਸ ਪਿਆਰਿਓ ਬੜੀ ਪਿਆਰ ਵਸ ਹੋ ਕੇ ਯਾਦ ਕਰ ਰਿਹਾ, ਧੰਨ ਤੇਗ ਬਹਾਦਰ ਮਹਾਰਾਜ ਜੀ ਯਾਦ ਕਰ ਰਿਹਾ, ਐ ਮੇਰੇ ਦੀਨ ਦੁਨੀ ਦੇ ਮਾਲਕ, ਮੇਰੇ ਮਨ ਦੇ ਵਿੱਚ ਸ਼ੰਕਾ ਆਈ, ਇਹ ਪਾਪੀ ਮਲੂਕੇ ਦੇ ਮਨ ਦੇ ਵਿੱਚ ਇਹ ਗੱਲ ਕਿਵੇਂ ਆ ਗਈ? ਕਿਰਪਾ ਕਰੋ ਕਿ ਮੈਨੂੰ ਦਰਸ਼ਨ ਦਿਦਾਰਿਆਂ ਵਾਸਤੇ ਆਪ ਬੁਲਾਓ। ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਪਿਆਰਿਓ ਪਿੰਡ ਦੇ ਵਿੱਚ ਸਨ ਤੇ ਸਤਿਗੁਰਾਂ ਨੇ ਆਪਣੇ ਸਿੱਖਾਂ ਨੂੰ ਭੇਜਿਆ, ਕਹਿੰਦੀ ਪਾਲਕੀ ਲੈ ਕੇ ਜਾਓ, ਪਾਲਕੀ ਲੈ ਕੇ ਜਾਓ। ਕਹਿੰਦੇ ਮਲੂਕ ਦਾਸ ਯਾਦ ਕਰ ਰਿਹਾ ਹੈ, ਉਹ ਇੱਥੇ ਆਉਣਾ ਚਾਹੁੰਦਾ ਹੈ ਤੇ ਜਾ ਕੇ ਸਤਿਕਾਰ ਦੇ ਨਾਲ ਪਾਲਕੀ ਦੇ ਵਿੱਚ ਲੈ ਕੇ ਆਓ। ਜਿਸ ਵੇਲੇ ਪਾਲਕੀ ਦੇ ਵਿੱਚ ਲੈ ਕੇ ਗਏ ਨੇ ਸਿੱਖ ਮਲੂਕ ਦਾਸ ਦੇ ਕੋਲ, ਕਹਿੰਦੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਤੁਹਾਨੂੰ ਯਾਦ ਕਰ ਰਹੇ ਨੇ ਤੇ ਪਾਲਕੀ ਦੇ ਵਿੱਚ ਬੈਠੋ। ਬੜੀ ਰੀਝ ਦੇ ਨਾਲ, ਖੁਸ਼ੀ ਦੇ ਨਾਲ ਪਾਲਕੀ ਦੇ ਵਿੱਚ ਬੈਠਾ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਚਰਨਾਂ ਦੇ ਵਿੱਚ ਜਿਸ ਵੇਲੇ ਸਿੱਖ ਲੈ ਕੇ ਆਏ ਤੇ ਮਲੂਕਾ ਪਤਾ ਕੀ ਕੀਤਾ? ਮਹਾਰਾਜ ਮੈਂ ਕੀ ਪਾਪੀ ਹਾਂ, ਮੈਂ ਪਾਪੀ ਹਾਂ, ਮੇਰੇ ਮਨ ਦੇ ਵਿੱਚ ਇਹ ਸ਼ੰਕਾ ਕਿਵੇਂ ਆਈ? ਤੁਹਾਡੇ ਵਾਸਤੇ ਮਨ ਵਿੱਚ ਸ਼ੰਕਾ ਕਿਵੇਂ ਆਈ? ਕਹਿੰਦੇ ਮੇਰੇ ਪਾਪੀ ਵਾਸਤੇ ਤੇ ਭਗਤੀ ਹੈ ਹੀ ਕੋਈ ਨਹੀਂ ਸੀ, ਭਗਤੀ ਕਿਸੇ ਹੋਰ ਵਾਸਤੇ ਹੋਵੇਗੀ ਤੇ ਇਹ ਭਗਤੀ ਮਾਲਕ ਨੇ ਮੈਨੂੰ ਬਖਸ਼ਿਸ਼ ਕਰ ਦਿੱਤੀ। ਇਹ ਭਗਤੀ ਮੈਨੂੰ ਪਾਪੀ ਨੂੰ ਕਿਵੇਂ ਬਖਸ਼ਿਸ਼ ਕੀਤੀ? ਨਿਮਰਤਾ ਵਸ ਜਦੋਂ ਹੋ ਕੇ ਵੇਖਿਆ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਖਿਆ ਮਲੂਕ ਦਾਸ ਨਹੀਂ, ਇਹ ਭਗਤੀ ਪਰਮੇਸ਼ਰ ਨੇ ਤੁਹਾਨੂੰ ਬਖਸ਼ੀ ਹੈ, ਪਰਮੇਸ਼ਰ ਨੇ ਤੁਹਾਨੂੰ ਬਖਸ਼ੀ ਹੈ, ਤੁਹਾਡਾ ਮਨ ਸ਼ੁੱਧ ਹੋ ਗਿਆ। ਜਿਸ ਵੇਲੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਦਰਸ਼ਨ ਕੀਤੇ, ਸਤਿਗੁਰਾਂ ਨੇ ਆਖਿਆ ਇਹਨਾਂ ਪੱਥਰਾਂ ਨੂੰ ਪੂਜਣ ਦੀ ਲੋੜ ਨਹੀਂ, ਵਾਹਿਗੁਰੂ ਵਾਹਿਗੁਰੂ ਕਰਿਆ ਕਰੋ, ਉਸ ਮਾਲਕ ਦਾ ਚਿੰਤਨ ਕਰੋ ਤੇ ਪ੍ਰਭੂ ਦੀ ਪ੍ਰਾਪਤੀ ਤੁਹਾਨੂੰ ਹੋਵੇਗੀ। ਪ੍ਰਾਪਤੀ ਦੇ ਪਿਆਰੇ ਦਰਸ਼ਨ ਜਦੋਂ ਕਰ ਲਏ ਉਸੇ ਵੇਲੇ ਹੀ ਹੋ ਗਈ। ਤਿੰਨਾਂ ਲੋਕਾਂ ਦੀ ਸੋਝੀ ਤੇ ਉਸੇ ਵੇਲੇ ਆ ਗਈ ਜਦੋਂ ਨਿਮਰਤਾ ਵਸ ਹੋ ਕੇ ਮਲੂਕ ਦਾਸ ਨੇ ਦਰਸ਼ਨ ਕੀਤੇ ਤੇ ਸਤਿਗੁਰੂ ਹੁਣ ਬਖਸ਼ਿਸ਼ ਕਰ ਰਹੇ ਨੇ। ਰਹਾਉ ਅਨਕੋ ਪਾਵ ਕਰੋ, ਮਾਇਆ ਕੋ ਬਚਿਤ ਦਰੋ, ਮੇਰੀ ਮੇਰੀ ਕਰਤ ਸਦ ਹੀ ਵਿਹਾਵੈ। ਕਹਿੰਦੇ ਮੈਂ ਕਰਦਾ ਕੀ? ਕਹਿੰਦੇ ਅਨੇਕਾਂ ਹੀ ਉਪਾਅ ਕਰਦਾ, ਯਤਨ ਕਰਦਾ, ਕਾਹਦੇ ਵਾਸਤੇ ਕਰਦਾ? ਕਹਿੰਦੇ ਮੈਂ ਮਾਇਆ ਨੂੰ ਇਕੱਠੀ ਕਰੀ ਜਾ ਰਿਹਾ, ਮੇਰੀ ਮੇਰੀ ਕਰਤ ਸਦ ਹੀ ਵਿਹਾਵੈ। ਤੇ ਮੈਂ ਇਹ ਗੱਲ ਕਹਿਣਾ ਆ ਵੀ ਮੇਰਾ, ਆ ਵੀ ਮੇਰਾ। ਕਹਿੰਦੇ ਸਾਰਾ ਕੁਝ ਮੈਂ ਮੇਰੀ ਕਰਦਿਆਂ ਕਹਿੰਦੇ ਮੇਰੀ ਉਮਰ ਬੀਤੀ ਜਾ ਰਹੀ। ਇਸੇ ਤਰ੍ਹਾਂ ਹੀ ਪਿਆਰੇ ਹੁੰਦਾ ਨਾ, ਅਸੀਂ ਮੇਰੀ ਮੇਰੀ ਕਰਦਿਆਂ ਮੇਰੀ ਮੇਰੀ ਕਰਦੇ ਜਨਮ ਗਇਓ, ਸਾਰਾ ਜਨਮ ਹੀ ਲੱਗ ਜਾਂਦਾ ਪਰ ਮੇਰੀ ਮੇਰੀ ਮੁੱਕਦੀ ਨਹੀਂ। ਜਬ ਲਗ ਮੇਰੀ ਮੇਰੀ ਕਰੈ ਤਬ ਲਗ ਕਾਜ, ਏਕ ਨਹੀਂ ਸਰੈ, ਜਬ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਸਵਾਰੇ ਆਏ। ਉਸੇ ਵੇਲੇ ਵਾਹਿਗੁਰੂ ਕਾਜ ਸਵਾਰ ਦਿੰਦਾ। ਜਦੋਂ ਅਸੀਂ ਕਹਿੰਦੇ ਆ ਨਾ ਕਿ ਮੇਰੀ ਕੋਈ ਨਹੀਂ, ਤੂੰ ਤੂੰ ਕਰਤਾ ਤੂੰ ਭਇਆ, ਮੁਝ ਮੇ ਰਹਿਆ ਨਾ ਹੋ, ਜਬ ਆਪਾ ਪਰਗਾ ਮਿਟ ਗਿਆ, ਜਦ ਦੇਖਾ ਤਦ ਤੂੰ। ਹੁਣ ਤੇ ਹਰ ਪਾਸੇ ਤੂੰ ਹੀ ਦਿਖਾਈ ਦਿੰਦਾ, ਹੁਣ ਦੂਸਰਾ ਕੋਈ ਦਿਖਾਈ ਨਹੀਂ ਦਿੰਦਾ। ਜਦੋਂ ਮੇਰੀ ਮਿਟ ਗਈ, ਜਦੋਂ ਆਪਾ ਭਾਵ ਮਿਟ ਗਿਆ, ਜਿਤਨੀ ਦੇਰ ਤੱਕ ਆਪਾ ਭਾਵ ਨਹੀਂ ਮਿਟਦਾ, ਮੇਰੀ ਮੇਰੀ ਨਹੀਂ ਮਿਟਦੀ, ਉਤਨੀ ਦੇਰ ਤੱਕ ਪਿਆਰੂ ਪ੍ਰਾਪਤੀ ਨਹੀਂ ਹੁੰਦੀ। ਕੋਈ ਐਸੋ ਰੇ ਭੇਟੈ ਸੰਤ, ਮੇਰੀ ਲਾਹੈ ਸਗਲ ਚੰਤ, ਠਾਕੁਰ ਸੋ ਮੇਰਾ ਰੰਗ ਲਾਵੈ। ਪਿਆਰੂ ਪਹਿਲੇ ਵੀ ਬੇਨਤੀ ਕੀਤੀ, ਵੇਖੋ ਵਿਸ਼ਰਾਮ ਜੀ ਦੇ ਸਹੀ ਲੱਗਦੇ ਨੇ ਤੇ ਅਰਥ ਬੜੇ ਆਨੰਦ ਹੁੰਦਾ। ਇਹਦੀ ਵਿਸ਼ਰਾਮ ਤਿੰਨ ਲੱਗਦੇ। ਕੋਈ ਐਸੋ ਰੇ ਭੇਟੈ ਸੰਤ, ਕੋਈ ਇਹੋ ਜਿਹਾ ਪ੍ਰਭੂ ਦਾ ਪਿਆਰਾ ਮੈਨੂੰ ਮਿਲ ਪਵੇ, ਐਸਾ ਪ੍ਰਭੂ ਦਾ ਪਿਆਰਾ ਮੈਨੂੰ ਮਿਲ ਪਵੇ, ਮੇਰੀ ਲਾਹੇ ਸਗਲ ਚਿੰਤ, ਮੇਰੀਆਂ ਸਾਰੀਆਂ ਚਿੰਤਾ ਜਿਹੜੀਆਂ ਦੂਰ ਕਰ ਸਕਦਾ ਹੋਵੇ। ਪ੍ਰਭੂ ਦਾ ਪਿਆਰਾ ਜਿਹੜਾ ਆਪ ਪ੍ਰਭੂ ਦੇ ਨਾਲ ਮਿਲਿਆ ਹੋਵੇ। ਠਾਕੁਰ ਸੋ ਮੇਰਾ ਰੰਗ ਲਾਵੈ, ਕਹਿੰਦੀ ਉਸ ਠਾਕੁਰ ਦੇ ਨਾਲ, ਉਸ ਵਾਹਿਗੁਰੂ ਦੇ ਨਾਲ ਮੇਰਾ ਮਨ ਲਾ ਦੇ, ਕਿਉਂਕਿ ਮੇਰਾ ਮਨ ਕਹਿੰਦੀ ਹਾਲੇ ਤੱਕ ਲੱਗਿਆ ਕੋਈ ਨਹੀਂ। ਕੋਈ ਵਾਹਿਗੁਰੂ ਦਾ ਪਿਆਰਾ ਬਖਸ਼ਿਸ਼ ਕਰੇ ਤੇ ਮੇਰੇ ਮਨ ਨੂੰ ਵਾਹਿਗੁਰੂ ਦੇ ਨਾਲ ਜੋੜ ਦੇਵੇ। ਪੜੇ ਰੇ ਸਗਲ ਵੇਦ, ਨੈ ਚੂਕੇ ਮਨ ਭੇਦ, ਇੱਕ ਖਿਨ ਨਾ ਧੀਰੇ, ਮੇਰੇ ਘਰ ਕੇ ਪੰਚਾ। ਇਹਦੇ ਵਿੱਚ ਚਾਰ ਵਿਸ਼ਰਾਮ ਆ ਗਏ ਪਿਆਰੇ। ਪੜੇ ਰੇ ਸਗਲ ਵੇਦ, ਕਹਿੰਦੀ ਬੜੇ ਵੇਦਾਂ ਨੂੰ ਪੜਿਆ, ਕਤੀਬਾਂ ਨੂੰ ਪੜਿਆ,
ਨਹਿ ਚੁੱਕੇ ਮਨ ਭੇਦ, ਕਹਿੰਦੇ ਪਰਮੇਸ਼ਰ ਦੇ ਨਾਲ ਅਭੇਦਤਾ ਨਹੀਂ ਬਣੀ, ਪਰਮੇਸ਼ਰ ਦਾ ਮਿਲਾਪ ਨਹੀਂ ਹੋਇਆ। ਇੱਕ ਖੇਨਣਾ ਧੀਰੇ, ਕਹਿੰਦੇ ਇੱਕ ਛਿਨ ਵਾਸਤੇ, ਇੱਕ ਖਿਨ ਵਾਸਤੇ, ਥੋੜੇ ਸਮੇਂ ਵਾਸਤੇ ਵੀ ਮੇਰੇ ਘਰ ਕੇ ਪੰਚਾ, ਕਹਿੰਦੇ ਇਲੇ ਪੰਜ ਨੇ ਗਿਆਨ ਇੰਦਰੀ, ਇਹ ਟਿਕੇ ਕੋਈ ਨਹੀਂ, ਕਹਿੰਦੇ ਇਹਨਾਂ ਨੂੰ ਟਿਕਾਓ ਕੋਈ ਨਹੀਂ ਆਇਆ, ਇਹ ਟਿਕੇ ਹਾਲੇ ਤੱਕ ਕੋਈ ਨਹੀਂ। ਕਹਿੰਦੇ ਵੇਦਾਂ ਨੂੰ ਵੀ ਪੜ੍ਹ ਲਿਆ, ਕਿਤਾਬਾਂ ਨੂੰ ਵੀ ਪੜ੍ਹ ਲਿਆ, ਬਹੁਤ ਕੁਝ ਪੜ੍ਹ ਕੇ ਵੇਖ ਲਿਆ, ਪਰ ਇਹਨਾਂ ਨੂੰ ਟਿਕਾਓ ਨਹੀਂ ਹਾਲੇ ਤੱਕ ਆਇਆ। ਟਿਕਾਓ ਕਿੱਦਾਂ ਆਉਣਾ ਪਿਆਰਿਓ? ਕਿਆ ਟਿਕਾਓ ਤੇ ਆਉਣਾ ਪ੍ਰਭੂ ਦੇ ਨਾਮ ਦੇ ਨਾਲ ਜੁੜ ਕਰਕੇ। ਜਦੋਂ ਅਸੀਂ ਵਾਹਿਗੁਰੂ ਦੇ ਨਾਮ ਨਾਲ ਜੁੜਾਂਗੇ ਫੇਰ ਹੀ ਟਿਕਾਓ ਆਏਗਾ। ਫਿਰ ਸਤਿਗੁਰੂ ਅੱਗੇ ਕਹਿ ਰਹੇ ਨੇ, ਕੋਈ ਐਸੋ ਰੇ ਭਗਤ ਜੋ ਮਾਇਆ ਤੇ ਰਹਿਤ, ਇੱਕ ਅੰਮ੍ਰਿਤ ਨਾਮ ਮੇਰੇ ਹਿਰਦੇ ਸੰਚਾ। ਤਿੰਨ ਵਿਸ਼ਰਾਮ ਇਹਦੇ ਵਿੱਚ ਆ ਗਏ। ਕੋਈ ਐਸੋ ਰੇ ਭਗਤ, ਕਹਿੰਦੇ ਕੋਈ ਐਸਾ ਪ੍ਰਭੂ ਦਾ ਪਿਆਰਾ ਭਗਤ ਹੋਵੇ ਜਿਹੜਾ ਭਗਤੀ ਕਰਦਾ ਹੋਵੇ, ਜੋ ਮਾਇਆ ਤੇ ਰਹਿਤ, ਜਿਹਦੀ ਉਤੇ ਮਾਇਆ ਦਾ ਕੋਈ ਪ੍ਰਭਾਵ ਨਾ ਪੈਂਦਾ ਹੋਵੇ। ਮਾਇਆ ਸਾਰਿਆਂ ਨੂੰ ਪਿਆਰਿਓ ਭਰਮਾ ਲੈਂਦੀ ਹੈ। ਮਾਇਆ ਐਸੀ ਮੋਹਣੀ ਭਾਈ, ਜੇਤੇ ਜੀ ਤੇਤੇ ਡਹਕਾਈ, ਕਹਿੰਦੇ ਸਾਰਿਆਂ ਨੂੰ ਨੇ ਭਰਮ ਭੁਲੇਖਿਆਂ ਦੇ ਵਿੱਚ ਪਾਇਆ ਹੋਇਆ। ਕੋਈ ਐਸੋ ਰੇ ਸੰਤ, ਕੋਈ ਐਸੋ ਰੇ ਭਗਤ ਜੋ ਮਾਇਆ ਤੇ ਰਹਿਤ, ਇੱਕ ਅੰਮ੍ਰਿਤ ਨਾਮ ਮੇਰੇ ਹਿਰਦੇ ਸੰਚੈ। ਕੋਈ ਐਸਾ ਪ੍ਰਭੂ ਦਾ ਪਿਆਰਾ ਹੋਵੇ, ਮੇਰੀਆਂ ਸਾਰੀਆਂ ਚਿੰਤਾਵਾਂ ਨੂੰ ਲਾ ਕਰਕੇ ਪਿਆਰਿਓ ਅੰਮ੍ਰਿਤ ਵਰਗਾ ਪਰਮੇਸ਼ਰ ਦਾ ਨਾਮ ਮੇਰੇ ਹਿਰਦੇ ਘਟ ਦੇ ਵਿੱਚ ਸਿੰਜ ਦੇਵੇ, ਮੇਰੇ ਹਿਰਦੇ ਘਟ ਦੇ ਵਿੱਚ ਪਾ ਦੇਵੇ। ਉਹ ਪਰਮੇਸ਼ਰ ਦਾ ਪਿਆਰਾ ਕੋਈ ਹੋਵੇਗਾ ਤੇ ਤਾਂ ਹੀ ਆ ਨਾ, ਜਿਹੜਾ ਗੁਰ ਮੰਤਰ ਦ੍ਰਿੜ ਕਰਾਵੇਗਾ ਉਹੀ ਹੀ ਆ ਨਾ ਪਿਆਰਿਓ। ਜੀ ਕੋ ਆਪਣੇ ਮਗਰ ਲਾਉਣ ਵਾਲਾ ਹੋਵੇਗਾ, ਉਹ ਤੁਹਾਡੇ ਮਨ ਨੂੰ ਨਹੀਂ ਬਦਲ ਸਕਦਾ, ਕਿਉਂਕਿ ਮਨ ਨੇ ਉਦੋਂ ਬਦਲਣਾ ਜਦੋਂ ਅਸੀਂ ਗੁਰੂ ਦੀ ਬਾਣੀ ਪੜਾਂਗੇ, ਜਦੋਂ ਗੁਰੂ ਦੇ ਚਰਨਾਂ ਦੇ ਨਾਲ ਜੁੜਾਂਗੇ। ਜੇਤੇ ਰੇ ਤੀਰਥ ਨਾਏ, ਅਹੰ ਬੁੱਧ ਮੈਲ ਲਾਏ, ਕਰ ਕੋ ਠਾਕੁਰ ਇੱਕ ਤਿਲ ਨਾ ਮਾਲੇ। ਕਹਿੰਦੇ ਕਿੰਨੇ ਤੀਰਥਾਂ ਦੀ ਇਸ਼ਨਾਨ ਕੀਤਾ। ਇਸ਼ਨਾਨ ਕਰਨ ਦੇ ਨਾਲ ਕਹਿੰਦੇ ਅਹੰ ਬੁੱਧ ਮੈਲ ਲਾਏ, ਕਹਿੰਦੇ ਇਹ ਕੀ ਹੋਇਆ? ਤੀਰਥਾਂ ਤੇ ਜਾਣ ਕਰਕੇ ਮਨ ਦੇ ਵਿੱਚ ਅਹੰਕਾਰ ਹੋ ਗਿਆ ਕਿ ਮੈਂ ਤੇ ਇਤਨੇ ਤੀਰਥਾਂ ਤੇ ਇਸ਼ਨਾਨ ਕੀਤਾ ਹੈ। ਤੀਰਥ ਨਾਵਣ ਜਾਓ, ਤੀਰਥ ਨਾਮ ਹੈ। ਤੀਰਥਾਂ ਤੇ ਵੀ ਨਹਾਉਣ ਵਾਸਤੇ ਪਿਆਰੇ ਜੀ ਜਾਣਾ ਤੇ ਅੰਦਰ ਨਾਮ ਜ਼ਰੂਰ ਹਿਰਦੇ ਦੇ ਵਿੱਚ ਆਵੇ। ਮੈਲ ਨਾ ਕਿਤੇ ਚੜਾ ਲਈਏ, ਇਹ ਨਾ ਮਨ ਦੇ ਵਿੱਚ ਅਹੰਕਾਰ ਆ ਜਾਵੇ ਕਿ ਮੈਂ ਤੇ ਬੜੇ ਤੀਰਥਾਂ ਤੇ ਇਸ਼ਨਾਨ ਕੀਤਾ ਹੈ। ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ, ਬਾਣੀ ਦਾ ਜ਼ਿਕਰ ਆਉਂਦਾ ਹੈ ਕਿ ਮਨੁੱਖ ਕਰਦਾ ਪਤਾ ਕੀ ਹੈ? ਪਾਪ ਕਰੇ ਪੰਚਾਂ ਕੀ ਵਸਰੇ, ਤੀਰਥ ਨਾਵੇ ਕਹੇ ਸਭ ਉਤਰੇ। ਕਹਿੰਦੇ ਪੰਚਾਂ ਦੇ ਵਸ ਹੋ ਕਰਕੇ ਪਾਪ ਕਰਦਾ ਤੇ ਕਹਿੰਦਾ ਮੈਂ ਤੀਰਥਾਂ ਤੇ ਇਸ਼ਨਾਨ ਕੀਤਾ, ਇਹ ਲੱਥ ਗਏ ਨੇ। ਪਿਆਰੋ ਕਿਵੇਂ ਲੱਥ ਸਕਦੇ? ਜਿਹੜੀ ਪਾਪ ਕਰਮ ਕੀਤੇ ਹੋਏ ਨੇ ਤੀਰਥਾਂ ਦੇ ਨਹਾਉਣ ਦੇ ਨਾਲ ਨਹੀਂ ਲੱਥਣੇ। ਉਹ ਤੇ ਕਹਿੰਦੇ ਹਉਮੈ ਦੀ ਮੈਲ ਸਗੋਂ ਹੋਰ ਵੱਧ ਗਈ। ਘਰ ਕੋ ਠਾਕੁਰ ਇੱਕ ਤਿਲ ਨਏ ਮਾਨੈ, ਹਿਰਦੇ ਘਰ ਦੇ ਵਿੱਚ ਬੈਠਾ ਵਾਹਿਗੁਰੂ ਜਿਹੜਾ ਪਿਆਰਿਓ ਉਹ ਨਹੀਂ ਜੇ ਰੀਝਦਾ, ਉਹ ਨਹੀਂ ਜੇ ਖੁਸ਼ ਹੁੰਦਾ। ਇਹਨਾਂ ਗੱਲਾਂ ਦੇ ਨਾਲ ਆਪਣਾ ਮਨ ਵੀ ਤੁਹਾਡਾ ਤਸੱਲੀ ਨਹੀਂ ਨਾ ਦਿੰਦਾ। ਕਈ ਵਾਰੀ ਤੁਸੀਂ ਪਾਪ ਕਰਮ